जिस मरने ते जग डरै मेरे मन आनंद। मरने ते ही पाइए पूर्ण परमानंद। कबीर जी कह रहे ਹਨ भी ਜਿਹੜੇ ਮਰਨ ਤੋਂ ਸਾਰੀ ਦੁਨੀਆ ਡਰਦੀ ਹੈ, ਮਰਨਾ ਨਹੀਂ ਚਾਹੁੰਦੇ ਹਨ। ਕੋਈ ਵੀ ਨਹੀਂ ਮਰਨਾ ਚਾਹੁੰਦਾ। ਪਰ ਉਹ ਮਰਨੀ ਜਿਹੜਾ ਮਰ ਜਾਂਦਾ ਹੈ ਨਾ, ਉਹਨੂੰ ਪਰਮ ਆਨੰਦ ਮਿਲ ਜਾਂਦਾ। ਐਸੇ ਮਰਨੀ ਜੋ ਮਰੇ ਫਿਰ ਬਾਹਰ ਨਾ ਮਰਨਾ ਹੋਏ। ਪਰ ਧਾਰਮਿਕ ਲੋਕ ਮਰਨਾ ਨਹੀਂ ਚਾਹੁੰਦੇ ਹਨ, ਪਰਮ ਆਨੰਦ ਨੂੰ ਪਾਉਣਾ ਚਾਹੁੰਦੇ ਹਨ। ਦੇਖੋ, ਰੱਬ ਨਾਲ ਵੀ ਧੋਖਾ। ਝੂਠ ਵੱਲੋਂ ਮਰਨਾ ਨਹੀਂ ਚਾਹੁੰਦੇ ਹਨ, ਸੱਚ ਪਾਉਣਾ ਚਾਹੁੰਦੇ ਹਨ। ਪਰਮ ਸਿੰਘਾਸਨ 'ਤੇ ਬਿਰਾਜਮਾਨ ਹੋਣਾ ਚਾਹੁੰਦੇ ਹਨ, ਸ਼ੂਦਰ ਸਿੰਘਾਸਨਾਂ ਨੂੰ ਛੱਡਦੇ ਨਹੀਂ ਹਨ। ਸ਼ੂਦਰ ਸਿੰਘਾਸਨ 'ਤੇ ਬੈਠੇ ਹੋਏ ਨਾ, ਹਉਂ ਦੇ ਸਿੰਘਾਸਨ 'ਤੇ ਬੈਠੇ ਹੋਏ। ਇਹਨੂੰ ਛੱਡਣਾ ਨਹੀਂ ਕੋਈ ਚਾਹੁੰਦਾ। ਫਿਰ ਜਿਹਨੇ ਛੱਡਿਆ ਸੀ ਇਹ ਸਿੰਘਾਸਨ ਤੇ ਪਰਮ ਸਿੰਘਾਸਨ ਮਿਲ ਗਿਆ, ਪਰਮ ਆਨੰਦ ਮਿਲ ਗਿਆ। ਉਹਨੇ ਫਿਰ ਜਾਣਿਆ ਵੀ ਇਹ ਮਰ ਕੇ ਮਿਲਦਾ ਹੈ, ਮਿਟ ਕੇ ਮਿਲਦਾ ਹੈ। ਤਾਂ ਉਹਨੇ ਫਿਰ ਉਪਦੇਸ਼ ਦਿੱਤਾ ਹੈ ਮਿਟਣ ਵਾਸਤੇ, ਮਰਨ ਵਾਸਤੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿੰਨੇ ਵੀ ਜਾਣਿਆ ਹੈ ਅੱਜ ਤੱਕ ਸੱਤ ਨੂੰ, ਉਹਨੇ ਜਾਣਿਆ ਹੈ ਉਦੋਂ ਜਦੋਂ ਅਸੱਤ ਵੱਲੋਂ ਪੂਰਾ ਦਾ ਪੂਰਾ ਹੀ ਮਿਟ ਗਿਆ। ਤੇ ਜਦੋਂ ਮਿਟ ਕੇ ਜਾਣਿਆ, ਮਰ ਕੇ ਜਾਣਿਆ, ਤੇ ਫਿਰ ਉਹਨੇ ਉੱਦਾਂ ਹੀ ਕਹਿਣਾ ਹੈ ਨਾ, ਜਿੱਦਾਂ ਜਾਣਿਆ ਹੈ। ਤੇ ਉੱਦਾਂ ਹੀ ਕਿਹਾ ਹੈ। ਹਰ ਇੱਕ ਜਾਗਰੂਕ ਪੁਰਸ਼ ਨੇ, ਭਾਵੇਂ ਕਬੀਰ ਜੀ ਹੋਣ, ਬਾਬਾ ਨਾਨਕ ਜੀ ਹੋਣ, ਜਾਂ ਪਿੱਛੇ ਜਿੰਨੇ ਵੀ ਹੋਏ, ਜਿੰਨੇ ਵੀ ਸੱਤ ਨੂੰ ਜਾਣਿਆ ਹੈ, ਅਸੱਤ ਵੱਲੋਂ ਮਿਟ ਕੇ ਜਾਣਿਆ, ਤਾਂ ਉਹਨੇ ਹੀ ਇਹ ਗੱਲ ਕਹੀ ਹੈ ਵੀ ਮਿਟਣਾ ਹੈ, ਮਿਟਣਾ ਪਵੇਗਾ, ਮਰਨਾ ਪਵੇਗਾ। ਪਰ ਧਾਰਮਿਕ ਲੋਕ ਸਮਝਦੇ ਥੋੜ੍ਹੀ ਹਨ। ਹੁਣ ਦੇਖੋ ਤੁਸੀਂ, ਕਮਾਲ ਦੀ ਗੱਲ ਇਹ ਹੈ ਵੀ ਧਾਰਮਿਕ ਲੋਕ ਹੀ ਜ਼ਿਆਦਾ ਮਰਨੋਂ ਡਰਦੇ ਹਨ। ਉਹ ਸੋਚਦੇ ਹਨ ਵੀ ਅਸੀਂ ਸਤਿਪੁਰਖਾਂ ਦੀ ਬਾਣੀ ਪੜ੍ਹਾਂਗੇ ਤੇ ਮਰਾਂਗੇ ਨਹੀਂ। ਪਰ ਉਪਦੇਸ਼ ਮਰਨ ਵਾਸਤੇ ਲਿਖਿਆ ਹੋਇਆ ਹੈ ਸਰ। ਤੁਸੀਂ ਸਮਝੋ ਵੀ ਹਉਮੈ ਦੀਰਘ ਰੋਗ ਹੈ। ਹਉਮੈ ਕਹਿੰਦੇ ਬਹੁਤ ਵੱਡਾ ਰੋਗ ਹੈ, ਇਹਨੂੰ ਮਿਟਾਉਣਾ ਹੈ। ਤੇ ਧਾਰਮਿਕ ਲੋਕ ਕੀ ਸੋਚਦੇ ਹਨ? ਉਹ ਸੋਚਦੇ ਹਨ ਵੀ ਇਹ ਰੋਗ ਨਾ ਸਾਨੂੰ ਲੱਗਾ ਹੋਇਆ ਹੈ, ਅਲੱਗਾ ਹਉਮੈ। ਕਈ ਵੀ ਕਹਿ ਵੀ ਦਿੰਦੇ ਹਨ ਨਾ, ਮੇਰੇ ਅੰਦਰ ਬੜੀ ਹਉਮੈ ਹੈ, ਤੋ ਖ਼ਤਮ ਕਰ ਦਿਓ, ਮਿਟ ਜਾਵੇ।
तो फिर मैं मज़े ना जीऊँगा। फिर मैं दिखाऊँगा, देखो मेरी हਉਮੈ मिट गई, मैं आनंद ਦੇ ਨਾਲ ਜੀ ਰਿਹਾ, ਕੋਈ ਚਿੰਤਾ ਨਹੀਂ, ਕੋਈ ਫਿਕਰ। ਹਉਮੈ ਦਾ ਅਰਥ ਵੀ ਨਹੀਂ ਸਮਝ ਰਹੇ ਹਨ। ਹਉਮੈ ਦਾ ਅਰਥ ਹੁੰਦਾ ਹਉ ਮੈਂ ਜੋ ਕੁਛ ਤੁਸੀਂ ਹੋ, ਇਹ ਪੂਰਾ ਦਾ ਪੂਰਾ ਹੀ ਮਿਟਣਾ ਹੈ। ਇਹ ਜੋ ਵਾਸਤਵਿਕ ਅਧਿਆਤਮ ਦੀ ਗਹਿਰੀ ਪਹੇਲੀ ਕਹਿ ਲਓ ਤੁਸੀਂ, ਇਹ ਬਹੁਤ ਨੇੜਤਾ 'ਚ ਸਮਝ ਵਿੱਚ ਆਉਂਦੀ ਹੈ, ਬਹੁਤ ਪ੍ਰੇਮ ਅਤੇ ਸ਼ਰਧਾ 'ਚ। ਪਹੇਲੀ ਇਹੋ ਹੀ ਹੈ। ਤੁਸੀਂ ਸੋਚਦੇ ਹੋ ਵੀ ਮਨ ਦਾ ਮਰਨਾ ਕਿਆ ਹੈ, ਮਨ ਨੂੰ ਮਾਰਨਾ। ਇਉਂ ਸੋਚਦੇ ਹਨ, ਧਾਰਮਿਕ ਲੋਕ ਵੀ ਇਉਂ ਸੋਚਦੇ ਵੀ ਮਨ ਮਰ ਗਿਆ ਅਤੇ ਫਿਰ ਆਪਾਂ ਮਜ਼ੇ ਕਰਾਂਗੇ। ਮੈਂ ਫਿਰ ਮਜ਼ੇ ਨਾ ਜੀਊਂਗਾ, ਨਾ ਚਿੰਤਾ ਨਾ ਫਿਕਰ, ਨਾਲੇ ਲੋਕਾਂ ਨੂੰ ਦਿਖਾ ਲੂੰਗਾ। ਸਮਝੇ ਨਹੀਂ ਨਾ? ਤੁਹਾਡੀ ਹੋਂਦ ਹੀ ਮਨ ਹੈ, ਅਤੇ ਮਨ ਦਾ ਮਿਟ ਜਾਣਾ ਅਤੇ ਹੋਂਦ ਦਾ ਮਿਟ ਜਾਣਾ ਇੱਕੋ ਹੀ ਬਰਾਬਰ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਅਤੇ ਬਹੁਤ ਭੁਲੇਖਾ ਪੈਂਦਾ ਲੋਕਾਂ ਨੂੰ। ਅਕਸਰ ਸਤਿਪੁਰਖਾਂ ਦੇ ਉਪਦੇਸ਼ ਸਮਝਣ ਵਿੱਚ ਲੋਕ ਸੋਚਦੇ ਹਨ ਵੀ ਮੈਂ ਅਲੱਗਾ ਹੈ ਹਉਮੈ, ਤੁਹਾਨੂੰ ਮਿਟਾ ਦਿੱਤਾ, ਜਾਂ ਮਨ ਅਲੱਗਾ ਚੀਜ਼ ਹੈ। ਅਲੱਗਾ ਨਹੀਂ ਹੈ, ਖਿਆਲ ਵਿੱਚ ਰੱਖੋ। ਕਿਉਂਕਿ ਹਉ ਮੈਂ ਪੈਦਾ ਹੀ ਸੰਸਾਰ ਤੋਂ ਹੁੰਦੀ ਹੈ। ਮੈਂ ਹਾਂ, ਇਹ ਪੈਦਾ ਹੀ ਸੰਸਾਰ ਕਰਕੇ ਹੋ ਰਿਹਾ ਹੈ, ਅਸਤ ਕਰਕੇ। ਮਨ ਵੀ ਅਸਤ ਦੁਆਰਾ ਹੀ ਪੈਦਾ ਹੋ ਰਿਹਾ ਹੈ। ਅਤੇ ਮਨ ਦਾ ਮਿਟ ਜਾਣਾ, ਹਉ ਦਾ ਮਿਟ ਜਾਣਾ, ਜਾਂ ਆਪ ਗਵਾਉਣਾ, ਆਪਣਾ ਆਪ ਮਿਟਾਉਣਾ, ਇਹ ਐਸੇ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੁਆਰਾ ਸਮਝਾਇਆ ਗਿਆ ਹੈ। ਬਹੁਤ ਢੰਗ ਨਾਲ ਸਮਝਾਇਆ ਗਿਆ ਹੈ, ਅਤੇ ਸਮਝਾਇਆ ਸਿਰਫ ਮਿਟਣ ਵਾਸਤੇ ਗਿਆ ਹੈ। ਇਸ ਕਰਕੇ ਕੂੜ ਅਸੱਤ ਕਿਹਾ ਹੈ ਸੰਸਾਰ ਨੂੰ, ਵੀ ਇਉਂ ਨਾ ਸਮਝ ਲਵੋ ਤੁਸੀਂ ਵੀ ਤੁਸੀਂ ਪੂਰੇ ਹੀ ਮਿਟ ਜਾਓਗੇ, ਤੁਸੀਂ ਅਸੱਤ ਵੱਲੋਂ ਮਿਟੋਗੇ। ਜਿਵੇਂ ਰਾਤ ਦੇ ਸੁਪਨੇ ਦੇ ਵਿੱਚ ਹੋ ਤੁਸੀਂ, ਅਤੇ ਸੁਪਨਾ ਦੇਖ ਰਹੇ ਹੋ, ਬਾਲ ਬੱਚੇ ਹਨ ਤੁਹਾਡੇ, ਤੁਹਾਡਾ ਘਰ ਹੈ, ਪਰਿਵਾਰ ਹੈ, ਅਤੇ ਤੁਸੀਂ ਬੜੇ ਮਜ਼ੇ 'ਚ ਰਹਿ ਰਹੇ ਹੋ। ਤੁਹਾਨੂੰ ਕਿਹਾ ਜਾਵੇ ਵੀ ਸੁਪਨੇ ਵੱਲੋਂ ਮਰ ਜਾਓ। ਹੁਣ ਜਦੋਂ ਤੁਸੀਂ ਸੁਪਨੇ ਵੱਲੋਂ ਮਰੋਗੇ ਅਤੇ ਸੁਪਨੇ ਦਾ ਜੋ ਕੁਛ ਸੀ ਉਹ ਸਭ ਕੁਛ ਹੀ ਮਰ ਜਾਵੇਗਾ ਨਾ, ਛੁੱਟ ਜਾਵੇਗਾ। ਪਰ ਫਿਰ ਵੀ ਤੁਸੀਂ ਮਰੋਗੇ, ਤੁਸੀਂ ਥੋੜ੍ਹੀ ਮਰੋਗੇ। ਜੋ ਵਾਸਤਵਿਕ ਹੈ ਉਹ ਨਹੀਂ ਮਰਦਾ ਹੈ, ਨਾ ਹੀ ਉਹ ਛੁੱਟ ਸਕਦਾ ਹੈ, ਨਾ ਹੀ ਤੁਸੀਂ ਉਹਨੂੰ ਗਵਾ ਸਕਦੇ ਹੋ, ਆਪਣਾ ਅਸਤਿਤਵ ਕਹਿ ਲਓ। ਜੋ ਵਾਸਤਵਿਕ ਤੁਹਾਡਾ ਹੈ ਉਹਨੂੰ ਤਾਂ ਤੁਸੀਂ ਜਾਣਦੇ ਨਹੀਂ ਹੋ। ਤੁਸੀਂ ਜੋ ਨਹੀਂ ਹੈ ਤੁਹਾਡਾ ਉਹਨੂੰ ਜਾਣਦੇ ਹੋ। ਉਹਦੇ ਦੁਆਰਾ ਤੁਹਾਡੀ ਹਉ ਨਿਰਮਿਤ ਹੋਊਗੀ, ਮੈਂ ਨਿਰਮਿਤ ਹੋਊਗੀ। ਹੁਣ ਫਿਰ ਧਾਰਮਿਕ ਲੋਕ ਬਹੁਤ ਜਪ ਤਪ ਕਰਦੇ, ਸਾਧਨਾ ਕਰਦੇ, ਤਪੱਸਿਆ ਕਰਦੇ, ਯੋਗ ਕਰਦੇ, ਧਿਆਨ ਕਰਦੇ, ਕਾਹਦੇ ਵਾਸਤੇ?
ਉਹ ਕੁਛ ਪਾਉਣ ਵਾਸਤੇ ਕਰ ਰਹੇ ਹਨ, ਮਿਟਣ ਵਾਸਤੇ ਥੋੜ੍ਹੀ ਕਰ ਰਹੇ ਹਨ। ਅਤੇ ਹੰਕਾਰ ਹੋਰ ਵੱਧ ਜਾਂਦਾ ਹੈ। ਇਹੋ ਹੀ ਤਾਂ ਸਮੱਸਿਆ ਹੈ ਵੀ ਸੰਸਾਰ ਦੇ ਵਿੱਚ ਤਾਂ ਕੁਛ ਕਰਕੇ ਵੀ ਤੁਸੀਂ ਪਾ ਸਕਦੇ ਹੋ ਕੁਛ ਉਪਲਬਧੀ, ਪਰ ਅਧਿਆਤਮਿਕ ਜਗਤ ਦੇ ਵਿੱਚ ਕਰਕੇ ਵੀ ਤੁਸੀਂ ਨਰਕਾਂ ਦੇ ਵਿੱਚ ਜਾ ਸਕਦੇ ਹੋ, ਪਿੱਛੇ ਮੁੜ ਸਕਦੇ ਹੋ। ਕੋਈ ਕਰਤਾ ਭਾਵ ਮਜ਼ਬੂਤ ਹੋ ਸਕਦਾ ਹੈ, ਹਉ ਮਜ਼ਬੂਤ ਹੋ ਸਕਦੀ, ਅਤੇ ਹੋ ਰਹੀ ਹੈ, ਕਿਉਂਕਿ ਲੋਕ ਮਰਨਾ ਨਹੀਂ ਚਾਹੁੰਦੇ ਹਨ। ਜਿਹੜਾ ਮਰਨਾ ਨਹੀਂ ਚਾਹੁੰਦਾ ਹੈ ਉਹ ਅਗਰ ਅਧਿਆਤਮਤਾ ਯਾਤਰਾ ਕਰੇਗਾ ਵੀ ਤਾਂ ਉਹਦੀ ਹਉ ਹੀ ਮਜ਼ਬੂਤ ਹੋਵੇਗੀ ਨਾ, ਕਿਉਂਕਿ ਉਹ ਜੀਣ ਵਾਸਤੇ, ਕੁਛ ਬਣਨ ਵਾਸਤੇ, ਕੁਛ ਹੋਣ ਵਾਸਤੇ, ਆਪਣੀ ਹੋਂਦ ਦਿਖਾਉਣ ਵਾਸਤੇ ਕਰ ਰਿਹਾ ਹੈ। ਉਹ ਤਾਂ ਗੱਲ ਹੀ ਉਲਟੀ ਹੋਊਗੀ। ਲੋਕ ਤਾਂ ਮਰਨੋਂ ਡਰਦੇ ਹਨ ਨਾ। ਤੁਸੀਂ ਆਪ ਸੋਚੋ, ਖਿਆਲ ਕਰੋ ਤੁਸੀਂ, ਅਗਰ ਤੁਹਾਡੀ ਹੋਂਦ ਹੀ ਖਤਮ ਹੋ ਜਾਵੇ, ਫਿਰ ਤੁਸੀਂ ਕਹੋਗੇ ਫਾਇਦਾ ਹੀ ਕੀ, ਵੀ ਉਹਦੇ ਕੋਲ ਤੁਸੀਂ ਜਾਓਗੇ ਹੀ ਨਹੀਂ, ਉਸ ਸਤਿਪੁਰਖ ਕੋਲ ਜਿਹੜੀ ਤੁਹਾਡੀ ਹੋਂਦ ਖਤਮ ਕਰ ਰਿਹਾ ਹੈ ਜਾਂ ਕਰਨ ਨੂੰ ਕਹਿੰਦਾ ਹੈ। ਅਤੇ ਸਤਿਗੁਰੂ ਸਦਾ ਤੋਂ ਕਰਨ ਨੂੰ ਕਹਿੰਦੇ ਹੀ ਹਨ, ਉਹ ਕਰਦੇ ਹੀ ਹੋਂਦ ਖਤਮ ਹਨ। ਉਹਨਾਂ ਕੋਲ ਇਸੇ ਕਰਕੇ ਤਾਂ ਘੱਟ ਜਾਂਦੇ ਹਨ ਲੋਕ, ਉਹਨਾਂ ਦੀ ਗੱਲ ਵੀ ਘੱਟ ਸੁਣਦੇ ਹਨ। ਤੁਸੀਂ ਸਮਝੋ ਹੁਣ ਆਹ ਜਿਹੜੀਆਂ ਰਿਕਾਰਡਿੰਗਾਂ ਹਨ, ਜਿਹੜੇ ਆਪਣੇ ਆਪ 'ਚ ਬੜੇ ਹੀ ਸੂਰਮੇ ਬਣਦੇ ਹਨ ਧਾਰਮਿਕ ਲੋਕ, ਜਿਹੜੇ ਬਾਹਰੋਂ ਬੜੀ ਸੂਰਮਤਾਈ ਦਿਖਾਉਂਦੇ ਹਨ, ਅਸੀਂ ਮਰਨ ਨੂੰ ਤਿਆਰ ਹਾਂ, ਅਸੀਂ ਮਿਟਣ ਨੂੰ ਤਿਆਰ ਹਾਂ, ਸ਼ਹੀਦ ਹੋਣ ਨੂੰ ਤਿਆਰ, ਉਹਨਾਂ ਨੂੰ ਸੁਣਾਓ, ਉਹ ਵੀ ਸੁਣਨ ਨੂੰ ਤਿਆਰ ਨਹੀਂ ਹੋਣਗੇ, ਕਿਉਂਕਿ ਮਿਟਣਾ ਉਹ ਵੀ ਨਹੀਂ ਚਾਹੁੰਦੇ ਹਨ। ਦਰਅਸਲ ਜਿਹੜਾ ਆਦਮੀ ਬਾਹਰੋਂ ਸੂਰਮਤਾਈ ਦਿਖਾਉਣ ਹੈ ਨਾ, ਦਿਖਾਉਣੀ ਚਾਹੁੰਦਾ ਹੈ, ਉਹ ਬਾਹਰੋਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਵੀ ਬਾਹਰੋਂ ਮੇਰੀ ਸੂਰਮਤਾਈ ਦੇਖਣ, ਦੇਖੋ ਕਿੱਡਾ ਵੱਡਾ ਸੂਰਮਾ, ਕਿੱਡੀ ਬਹਾਦਰੀ ਕੀਤੀ ਹੈ, ਕਿੱਡਾ ਮਹਾਨ ਯੋਧਾ ਹੈ, ਵੀ ਬਾਹਰੋਂ ਕੁਛ ਕਰਕੇ ਮੈਂ ਮਰਾਂ ਅਤੇ ਲੋਕ ਕਹਿਣ ਬੱਲੇ ਬੱਲੇ ਬੜਾ ਵੱਡਾ ਸ਼ਹੀਦ। ਆਦਮੀ ਮਰਨ ਨੂੰ ਵੀ ਤਿਆਰ ਹੈ ਹੰਕਾਰ ਦੀ ਤ੍ਰਿਪਤੀ ਵਾਸਤੇ ਬਾਹਰੋਂ, ਖਿਆਲ ਵਿੱਚ ਰੱਖਿਓ। ਬਾਹਰੋਂ ਦਿਖਾਉਣ ਵਾਸਤੇ ਤਪ ਤੇ ਲੋਕ ਕਰਦੇ ਹਨ, ਦੇਖੋ ਕਿੰਨਾ ਕਠਿਨ ਤਪ ਕਰਦੇ ਹਨ, ਤੋ ਦਿਖਾਉਣ ਵਾਸਤੇ ਹੀ ਹੁੰਦਾ ਹੈ। ਕਠਿਨ ਸਾਧਨਾ ਕਰਦੇ ਹਨ, ਕਠਿਨ ਯੋਗ ਕਰਦੇ ਹਨ ਦਿਖਾਉਣ ਵਾਸਤੇ, ਪਰ ਆਦਮੀ ਮਰਨ ਨੂੰ ਵੀ ਤਿਆਰ ਹੈ, ਪਰ ਉਹ ਵੀ ਦੁਨੀਆ ਨੂੰ ਦਿਖਾਉਣ ਵਾਸਤੇ ਵੀ ਦਿਖਾ ਦੇਵਾਂ ਮੈਂ ਕੌਣ, ਕਿੱਡਾ ਵੱਡਾ ਸੂਰਮਾ। ਹੁਣ ਜਿਹੜਾ ਦਿਖਾਉਣਾ ਚਾਹੁੰਦਾ ਹੈ ਆਪਣੇ ਆਪ ਨੂੰ ਮੈਂ ਮਹਾਨ ਸੂਰਮਾ, ਤਾਂ ਉਹ ਤਾਂ ਹਉਂ ਹੀ ਮਜ਼ਬੂਤ ਕਰ ਰਿਹਾ ਹੈ ਨਾ, ਮਰਨਾ ਥੋੜ੍ਹੀ ਚਾਹੁੰਦਾ। ਐਸੀ ਮਰਨੀ ਜੋ ਮਰੇ ਫਿਰ ਬਹੁਰ ਨਾ ਮਰਨਾ। ਐਸੀ ਮਰਨੀ, ਕੋਈ ਮਰਨਾ ਹੀ ਨਹੀਂ ਚਾਹੁੰਦਾ ਹੈ, ਕਿਉਂਕਿ ਇਹ ਮਰਨਾ ਬਹੁਤ ਕਠਿਨ ਹੈ। ਖਿਆਲ ਵਿੱਚ ਰੱਖਿਓ, ਇਹ ਖੇਲ ਕਠਿਨ ਹੈ। ਇਹ ਸੂਰਮੇ ਇਹ ਖੇਲ ਦੇ ਵਿੱਚ ਪੈਂਦੇ ਹਨ। ਕਹਿ ਲਓ ਜਿਹੜੇ ਸੂਰਮੇ ਸਨ, ਯੋਧੇ ਸਨ, ਉਹੋ ਹੀ ਆਉਂਦੇ ਸਨ ਸਤਿਪੁਰਖਾਂ ਕੋਲ। ਉਹ ਕੋਈ ਵੀ ਸਤਿਪੁਰਖ ਹੋਵੇ, ਜਿਹੜੇ ਮਰ ਜੀਵੜੇ ਹਨ ਉਹੋ ਹੀ ਗੁਰੂਆਂ ਕੋਲ ਆਉਂਦੇ ਸਨ, ਅਤੇ ਮਿਟ ਕੇ ਉਹ ਅੰਮ੍ਰਿਤ ਨੂੰ ਉਪਲਬਧ ਹੋ ਜਾਂਦੇ ਸਨ, ਅੰਮ੍ਰਿਤ ਨੂੰ ਪਾ ਲੈਂਦੇ ਸਨ। ਇਸੇ ਕਾਰਨ ਹੀ ਇਸ ਮਾਰਗ ਨੂੰ ਬਹੁਤ ਕਠਿਨ ਕਿਹਾ ਹੈ, ਖੰਡੇ ਦੀ ਧਾਰ 'ਤੇ ਚੱਲਣ ਵਰਗਾ ਕਿਹਾ ਹੈ। ਇਹ ਪ੍ਰੇਮ ਦਾ ਮਾਰਗ ਹੈ, ਕਿਉਂਕਿ ਮਿਟਣ ਦਾ ਮਾਰਗ ਹੈ ਨਾ, ਮਿਟਣਾ ਕੋਈ ਵੀ ਨਹੀਂ ਚਾਹੁੰਦਾ ਹੈ। ਲੋਕ ਜੀਣਾ ਚਾਹੁੰਦੇ ਹਨ ਸੰਸਾਰ 'ਚ, ਹੋਰ ਚੰਗੀ ਤਰ੍ਹਾਂ ਵਧੀਆ ਢੰਗ ਦੇ ਨਾਲ ਮਜ਼ੇ ਨਾਲ ਜੀਏ, ਪਰ ਮਜ਼ੇ ਨਾਲ ਜੀ ਕੇ ਤੁਸੀਂ
ਨਰਕਾਂ ਵੱਲ ਜਾਂਦੇ ਹੋ। ਫਿਰ ਦੂਸਰੀ ਗੱਲ ਹੈ, ਜਿਹੜਾ ਸੰਸਾਰ ਵੱਲੋਂ ਮਰ ਗਿਆ, ਹੁਣ ਸੰਸਾਰ 'ਚ ਜੀਣਾ ਨਹੀਂ ਚਾਹੁੰਦਾ ਹੈ, ਉਹਨੂੰ ਪਰਮ ਜੀਵਨ ਮਿਲ ਗਿਆ, ਪਰਮ ਆਨੰਦ ਮਿਲ ਗਿਆ, ਫਿਰ ਉਹਨੂੰ ਸੰਸਾਰ 'ਚ ਮਜ਼ਾ ਹੀ ਨਹੀਂ ਆਉਂਦਾ ਹੈ। ਇਸ ਕਰਕੇ ਉਹ ਸੰਸਾਰ 'ਚ ਜਾਂਦਾ ਹੀ ਨਹੀਂ। ਉਹਨੂੰ ਸੰਸਾਰ ਦੇ ਰਸ ਖਸ ਮਜ਼ੇ ਸਭ ਝੂਠੇ ਲੱਗਦੇ ਹਨ, ਵਿਅਰਥ। ਜਿਵੇਂ ਸੁਪਨੇ 'ਚ ਕੋਈ ਮੰਡ ਰਿਹਾ ਹੁੰਦਾ ਹੈ ਅਤੇ ਉਲਝ ਰਿਹਾ ਹੁੰਦਾ ਹੈ, ਪਰ ਜਿਹੜਾ ਸੁਪਨੇ 'ਚ ਭੋਗ ਰਿਹਾ ਹੈ ਰਸ ਖਸ, ਤੁਹਾਨੂੰ ਤਾਂ ਬੜੇ ਮਿੱਠੇ ਲੱਗਦੇ ਹਨ। ਇੱਦਾਂ ਹੀ ਤੁਹਾਨੂੰ ਸੰਸਾਰ ਦੇ ਵਿੱਚ ਰਸ ਖਸ ਮਿੱਠੇ ਲੱਗਦੇ ਹਨ। ਤੁਸੀਂ ਕਹਿੰਦੇ ਆ ਆਪਣਿਆਂ ਦੇ ਨਾਲ ਰਹਿੰਦੇ, ਆਪਣਿਆਂ ਦੇ ਨਾਲ ਉੱਠਦੇ ਬਹਿੰਦੇ, ਆਪਣੇ ਚਾਰ ਚੁਫੇਰੇ, ਸੁਰੱਖਿਅਤ ਹੈ, ਵਧੀਆ ਹੈ, ਖਾਣ ਪੀਣ ਨੂੰ ਵਧੀਆ ਮਿਲੀ ਜਾਂਦਾ। ਇਹਦੇ ਵਿੱਚ ਹੀ ਹੋਰ ਸੁਰੱਖਿਆ ਹੋ ਜਾਵੇ, ਹੋਰ ਵਧੀਆ ਢੰਗ ਦੇ ਨਾਲ ਮਰੀਏ ਨਾ, ਹੋਰ ਵਧੀਆ ਜੀਵਨ ਮਿਲ ਜਾਵੇ। ਪਰ ਇੱਦਾਂ ਹੁੰਦਾ ਨਹੀਂ ਹੈ, ਕਿਉਂਕਿ ਇਹ ਮਿਥਿਆ ਹੈ, ਝੂਠ ਹੈ, ਮਿਟ ਰਿਹਾ ਹੈ। ਇੱਥੇ ਸਭ ਕੁਛ ਹੀ ਮਿਟ ਜਾਂਦਾ ਹੈ, ਸੁੱਖ ਵੀ ਮਿਟ ਜਾਂਦੇ ਹਨ, ਵਧੀਆ ਜੀਵਨ ਵੀ ਮਿਟ ਜਾਵੇ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਅੱਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਅਤੇ ਹਉਮੈ ਦਾ ਹੀ ਜੰਜਾਲ ਹੈ, ਮੈਂ ਦਾ ਹੀ ਜੰਜਾਲ ਹੈ। ਅਤੇ ਜਦੋਂ ਹਉਮੈ ਰਹੇਗੀ ਨਹੀਂ ਤਾਂ ਜੰਜਾਲ ਵੀ ਨਹੀਂ ਰਹੇਗਾ। ਜਦੋਂ ਤੁਸੀਂ ਰਹੇ ਹੀ ਨਹੀਂ ਤਾਂ ਜੰਜਾਲ ਕਿੱਥੇ ਰਹਿ ਜਾਏਗਾ। ਜਦੋਂ ਮੈਂ ਰਿਹਾ ਹੀ ਨਹੀਂ ਤਾਂ ਸਮੱਸਿਆ ਹੀ ਖਤਮ ਹੋਊਗੀ। ਮੈਂ ਕਰਕੇ ਸਮੱਸਿਆ ਹੈ, ਫਿਰ ਪਰਮਾਤਮਾ ਹੀ ਹੈ। ਫਿਰ ਜਿਹਦੀ ਮੈਂ ਖਤਮ ਹੋ ਜਾਂਦੀ, ਉਹ ਛੋਟੇ ਬੱਚੇ ਦੀ ਤਰ੍ਹਾਂ ਹੋ ਜਾਂਦਾ। ਨਿਸ਼ਚਿੰਤ ਪਰਮਾਤਮਾ ਫਿਰ ਉਹਨੂੰ ਸੰਭਾਲਦਾ ਹੈ, ਕਿਉਂਕਿ ਉਹ ਆਪ ਤੇ ਰਿਹਾ ਹੀ ਨਹੀਂ। ਤਦੇ ਕਿਹਾ ਨਾ, ਆਪ ਗਵਾਈਏ ਤਾਂ ਸੋ ਪਾਈ, ਅਵਰ ਕੈਸੀ ਚਤਰਾਈ।